ਹੈਲੋ ਸਟੂਡੈਂਟਸ, ਸੋਸ਼ਲ ਸਾਇੰਸ PSEV YouTube ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ। ਪਿਛਲੀ ਵੀਡੀਓ ਵਿੱਚ ਆਪਾਂ 6th ਕਲਾਸ SST ਦਾ ਫਸਟ ਲੈਸਨ ਸਟਾਰਟ ਕੀਤਾ ਸੀ। ਅੱਜ ਉਸ ਤੋਂ ਅੱਗੇ ਆਪਾਂ ਲੈਸਨ ਕਰਾਂਗੇ। ਉਸ ਤੋਂ ਪਹਿਲਾਂ ਸਾਰੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਰੰਤ ਪ੍ਰਾਪਤ ਹੋ ਜਾਵੇ। ਇਸ ਤੋਂ ਇਲਾਵਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਇਸ ਵੀਡੀਓ ਦਾ ਫਾਇਦਾ ਲੈ ਸਕਣ। ਤਾਂ ਕੱਲ ਆਪਾਂ ਲੈਸਨ ਸ਼ੁਰੂ ਕੀਤਾ ਸੀ ਜੋ ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ। ਅੱਜ ਆਪਾਂ ਇਸ ਤੋਂ ਅੱਗੇ ਕਰਾਂਗੇ। ਕੱਲ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਸੀ ਵੀ ਕਿਸ ਤਰ੍ਹਾਂ ਆਪਾਂ ਰਾਤ ਨੂੰ ਜਦੋਂ ਅਸਮਾਨ ਦੇ ਵੱਲ ਦੇਖਦੇ ਹਾਂ ਤਾਂ ਸਾਨੂੰ ਤਾਰੇ ਨਜ਼ਰ ਆਉਂਦੇ ਨੇ। ਉਹਨਾਂ ਤਾਰਿਆਂ ਨੂੰ ਦੇਖਦੇ ਹੋਏ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਕੁਐਸਚਨ ਉਤਪੰਨ ਹੋ ਜਾਂਦੇ ਨੇ ਵੀ ਇਹ ਤਾਰੇ ਕਿੱਥੋਂ ਆਏ, ਚੰਨ ਆ ਜਿਹੜਾ ਉਹ ਕਿਸ ਤਰ੍ਹਾਂ ਹੋਣ ਦੇ ਵਿੱਚ ਆਇਆ। ਇਸ ਤੋਂ ਇਲਾਵਾ ਅਸੀਂ ਬ੍ਰਹਿਮੰਡ ਦੇ ਬਾਰੇ ਦੱਸਿਆ ਸੀ ਕੱਲ੍ਹ, ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਬ੍ਰਹਿਮੰਡ ਆ ਜਿਹੜਾ ਉਸ ਦੇ ਵਿੱਚ ਬਹੁਤ ਸਾਰੇ ਤਾਰੇ ਨੇ, ਗ੍ਰਹਿ ਨੇ, ਧਰਤੀ ਵੀ ਉਸੇ ਦੇ ਵਿੱਚ ਹੀ ਹੈ, ਸੂਰਜ ਵੀ ਉਸੇ ਦੇ ਵਿੱਚ ਹੀ ਹੈ, ਧੂੜ ਕਣ, ਗੈਸਾਂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬ੍ਰਹਿਮੰਡ ਦੇ ਵਿੱਚ ਸਮਾਈਆਂ ਹੋਈਆਂ। ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਿਆ ਸੀ ਵੀ ਬ੍ਰਹਿਮੰਡ ਦੇ ਵਿੱਚ ਕਿਸੇ ਵੀ ਚੀਜ਼ ਦਾ ਕੋਈ ਵੇਟ ਨਹੀਂ ਹੈਗਾ। ਉੱਥੇ ਜਾ ਕੇ ਸਾਰੀ ਚੀਜ਼ਾਂ ਦਾ ਜਿਹੜਾ ਵੇਟ ਆ ਉਹ ਜ਼ੀਰੋ ਹੋ ਜਾਂਦਾ ਹੈਗਾ, ਕਿਉਂਕਿ ਬ੍ਰਹਿਮੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰੈਵਿਟੀ ਨਹੀਂ ਹੈਗੀ। ਗ੍ਰੈਵਿਟੀ ਦੇ ਬਾਰੇ ਤੁਹਾਨੂੰ ਕੱਲ੍ਹ ਮੈਂ ਦੱਸਿਆ ਸੀ। ਫਿਰ ਮੈਂ ਤੁਹਾਨੂੰ ਆਪਣੀ ਗਲੈਕਸੀ ਆਕਾਸ਼ ਗੰਗਾ ਦੇ ਬਾਰੇ ਦੱਸਿਆ ਸੀ, ਸੂਰਜੀ ਪਰਿਵਾਰ ਦੇ ਵਿੱਚ ਬਾਰੇ ਦੱਸਿਆ ਸੀ ਜਿਸ ਦੇ ਵਿੱਚ 8 ਗ੍ਰਹਿ ਨੇ। ਫਿਰ ਮੈਂ ਤੁਹਾਨੂੰ ਤਾਰੇ, ਗ੍ਰਹਿ ਅਤੇ ਉਪਗ੍ਰਹਿ ਦੇ ਵਿੱਚ ਅੰਤਰ ਦੱਸਿਆ ਸੀ। ਉਸ ਤੋਂ ਬਾਅਦ ਤੁਹਾਨੂੰ ਮੈਂ ਖਗੋਲ ਬਾਰੇ ਦੱਸਿਆ ਸੀ ਅਤੇ ਖਗੋਲ ਦੇ ਉੱਪਰ ਜਿਹੜੇ ਰਿਸਰਚ ਕਰਦੇ ਨੇ, ਵਿਗਿਆਨੀ ਸਟੱਡੀ ਕਰਦੇ ਨੇ, ਉਸ ਦਾ ਅਧਿਐਨ ਕਰਦੇ ਨੇ, ਉਹਨਾਂ ਬਾਰੇ ਦੱਸਿਆ ਸੀ ਤੁਹਾਨੂੰ ਵੀ ਉਸ ਨੂੰ ਕੀ ਕਹਿੰਦੇ ਨੇ, ਖਗੋਲ ਵਿਗਿਆਨੀ ਕਹਿੰਦੇ ਨੇ। ਕਲਪਨਾ ਚਾਵਲਾ ਬਾਰੇ ਤੁਹਾਨੂੰ ਮੈਂ ਦੱਸਿਆ ਸੀ। ਉਸ ਤੋਂ ਇਲਾਵਾ ਤੁਹਾਨੂੰ ਮੈਂ ਲਾਸਟ 'ਤੇ ਪ੍ਰਕਾਸ਼ ਸਾਲ ਦੇ ਬਾਰੇ ਦੱਸਿਆ ਸੀ। ਠੀਕ ਹੈ, ਪ੍ਰਕਾਸ਼ ਸਾਲ ਕਿਹੜੀ ਟਰਮ ਸੀਗੀ ਜਿਸ ਦਾ ਇਸਤੇਮਾਲ ਨੇ ਜਿਹੜੇ ਉਹ ਖਗੋਲ ਵਿਗਿਆਨੀ ਤਾਰਿਆਂ ਦੀ ਦੂਰੀ ਨੂੰ ਜਾਂ ਗ੍ਰਹਿਾਂ ਦੀ ਦੂਰੀ ਨੂੰ ਪ੍ਰਿਥਵੀ ਤੋਂ ਮਾਪਣ ਦੇ ਲਈ ਕਰਦੇ ਨੇ। ਠੀਕ ਹੈ, ਕਿਉਂਕਿ ਤਾਰੇ ਸਾਡੇ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਹੈ, ਗ੍ਰਹਿ ਨੇ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਨੇ, ਜਿਹੜੇ ਹੋਰ ਗਲੈਕਸੀਆਂ ਦੇ ਵਿੱਚ ਨੇ। ਗਲੈਕਸੀਆਂ ਬਹੁਤ ਜ਼ਿਆਦਾ ਨੇ ਬ੍ਰਹਿਮੰਡ ਦੇ ਵਿੱਚ, ਉਹ ਵੀ ਸਾਡੇ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਹੈ। ਉਹਨਾਂ ਦੀ ਸਾਰਿਆਂ ਦੀ ਦੂਰੀ ਨੂੰ ਆਪਾਂ ਪ੍ਰਕਾਸ਼ ਸਾਲ ਦੇ ਰਾਹੀਂ ਹੀ ਮਾਪਦੇ ਹਾਂ। ਤਾਂ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਸੂਰਜ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਬੇਟਾ ਵੀ ਸੂਰਜ ਆ ਜਿਹੜਾ ਉਹ ਸੋਲਰ ਸਿਸਟਮ ਦਾ ਆਪਣਾ ਜਿਹੜਾ ਮਿਲਕੀ ਵੇ ਆਕਾਸ਼ ਗੰਗਾ ਹੈਗੀ, ਠੀਕ ਹੈ, ਉਸ ਦੇ ਵਿੱਚ ਜਿਹੜਾ ਆਪਣਾ ਸੋਲਰ ਸਿਸਟਮ ਹੈ, ਸੂਰਜੀ ਪਰਿਵਾਰ ਆ, ਉਸ ਦਾ ਮੇਨ ਹਿੱਸਾ ਸੂਰਜ ਹੈ। ਬਹੁਤ ਜ਼ਿਆਦਾ ਵੱਡਾ ਗਾ ਇਹ। ਠੀਕ ਹੈ, ਗ੍ਰਹਿਾਂ ਦੇ ਮੁਕਾਬਲੇ ਇਸ ਦਾ ਜਿਹੜਾ ਆਕਾਰ ਹੈ ਉਹ ਲੱਖਾਂ ਗੁਣਾ ਵੱਡਾ ਗਾ। ਆਪਣੀ ਪ੍ਰਿਥਵੀ ਤੋਂ ਜਦੋਂ ਆਪਾਂ ਸੂਰਜ ਨੂੰ ਦੇਖਦੇ ਹਾਂ ਆਪਾਂ ਨੂੰ ਸੂਰਜ ਹੈ ਜਿਹੜਾ ਛੋਟਾ ਜਿਹਾ ਪ੍ਰਤੀਤ ਹੁੰਦਾ ਦੇਖਣ ਦੇ ਵਿੱਚ, ਪਰ ਅਸਲ ਦੇ ਵਿੱਚ ਇਸ ਦਾ ਜਿਹੜਾ ਆਕਾਰ ਹੈ ਪ੍ਰਿਥਵੀ ਦੇ ਮੁਕਾਬਲੇ ਬਹੁਤ ਜ਼ਿਆਦਾ ਵੱਡਾ ਗਾ। ਠੀਕ ਹੈ, ਕਿਉਂ ਹੈ? ਕਿਉਂਕਿ ਸੂਰਜ ਆ ਜਿਹੜਾ ਉਹ ਇੱਕ ਤਾਰਾ ਗਾ, ਤਾਂ ਤਾਰਿਆਂ ਦਾ ਆਕਾਰ ਆ ਜਿਹੜਾ ਉਹ ਗ੍ਰਹਿਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ। ਦੂਸਰੀ ਗੱਲ, ਸਾਨੂੰ ਸੂਰਜ ਆ ਜਿਹੜਾ ਉਹ ਪ੍ਰਿਥਵੀ ਤੋਂ ਛੋਟਾ ਦਿਖਾਈ ਦਿੰਦਾ ਹੈ। ਕਿਉਂ ਦਿਖਾਈ ਦਿੰਦਾ ਹੈ? ਕਿਉਂਕਿ ਸੂਰਜ ਆ ਜਿਹੜਾ ਪ੍ਰਿਥਵੀ ਤੋਂ ਉਹ ਲਗਭਗ 15 ਕਰੋੜ ਕਿਲੋਮੀਟਰ ਦੀ ਦੂਰੀ 'ਤੇ ਹੈ। ਇੰਨੀ ਜ਼ਿਆਦਾ ਦੂਰੀ 'ਤੇ ਹੋਣ ਦੇ ਕਰਕੇ ਸਾਨੂੰ ਸੂਰਜ ਆ ਜਿਹੜਾ ਉਹ ਛੋਟਾ ਦਿਖਾਈ ਦਿੰਦਾ ਹੈ। ਸਾਇੰਸਦਾਨਾਂ ਨੇ ਕੁਝ ਅਜਿਹੇ ਤਾਰਾ ਸਮੂਹ ਵੀ ਦੱਸੇ ਹਨ ਜਿਹੜੇ ਧਰਤੀ ਤੋਂ 200 ਕਰੋੜ ਪ੍ਰਕਾਸ਼ ਸਾਲ ਦੂਰ ਹਨ। ਤਾਂ ਤੁਹਾਨੂੰ ਮੈਂ ਪ੍ਰਕਾਸ਼ ਸਾਲ ਦੇ ਬਾਰੇ ਦੱਸਿਆ ਸੀ ਵੀ ਇੱਕ ਅਜਿਹੀ ਟਰਮ ਹੈ ਜਿਸ ਦਾ ਇਸਤੇਮਾਲ ਜਿਹੜੇ ਖਗੋਲ ਵਿਗਿਆਨੀ ਨੇ ਉਹ ਗ੍ਰਹਿਾਂ ਦੀ ਜਾਂ ਤਾਰਿਆਂ ਦੀ ਦੂਰੀ ਨੂੰ ਮਾਪਣ ਵਾਸਤੇ ਕਰਦੇ ਹੈ। ਤਾਂ ਬਹੁਤ ਸਾਰੇ ਅਜਿਹੇ ਤਾਰਾ ਮੰਡਲ ਨੇ, ਬਹੁਤ ਸਾਰੇ ਅਜਿਹੇ ਗ੍ਰਹਿ ਨੇ ਜਿਹੜੇ ਕਿ 200 ਕਰੋੜ ਪ੍ਰਕਾਸ਼ ਸਾਲ ਦੂਰ ਨੇ ਸਾਡੇ ਤੋਂ, ਇੰਨੇ ਜ਼ਿਆਦਾ ਵੱਡੇ ਵੱਡੇ ਆ ਦੇਖੋ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਸਾਰੇ ਤਾਰਾ ਸਮੂਹਾਂ ਨੂੰ ਗਲੈਕਸੀ ਆਖਦੇ ਹਨ। ਠੀਕ ਹੈ, ਜਿਹੜੇ ਵੀ ਆਪਾਂ ਤਾਰਾ ਸਮੂਹ ਦੇਖਦੇ ਹਾਂ ਬ੍ਰਹਿਮੰਡ ਦੇ ਵਿੱਚ, ਵੱਡੇ ਵੱਡੇ ਤਾਰਾ ਸਮੂਹ, ਉਹਨਾਂ ਨੂੰ ਸਮੂਹਿਕ ਰੂਪ ਦੇ ਵਿੱਚ ਆਪਾਂ ਗਲੈਕਸੀ ਕਹਿੰਦੇ ਹਾਂ। ਗਲੈਕਸੀ ਦੇ ਵਿੱਚ ਬਹੁਤ ਜ਼ਿਆਦਾ ਤਾਰੇ ਆ ਜਾਂਦੇ ਨੇ, ਬਹੁਤ ਜ਼ਿਆਦਾ ਗ੍ਰਹਿ ਆ ਜਾਂਦੇ ਨੇ, ਉਪਗ੍ਰਹਿ ਆ ਜਾਂਦੇ ਨੇ, ਸਾਰਾ ਕੁਛ ਗਲੈਕਸੀ ਦੇ ਵਿੱਚ ਆ ਜਾਂਦਾ ਹੈ। ਤਾਂ ਉਹਨਾਂ ਸਾਰੀਆਂ ਗਲੈਕਸੀਆਂ ਦੇ ਵਿੱਚੋਂ ਆਪਣੀ ਜਿਹੜੀ ਗਲੈਕਸੀ ਹੈ ਉਸ ਦਾ ਨਾਮ ਕੀ ਹੈ? ਆਕਾਸ਼ ਗੰਗਾ ਜਾਂ ਮਿਲਕੀ ਵੇ ਹੈ। ਬ੍ਰਹਿਮੰਡ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਅਨੁਮਾਨ ਲਗਾਇਆ ਗਿਆ, ਇੱਕ ਅੰਦਾਜ਼ਾ ਲਗਾਇਆ ਵਿਗਿਆਨੀਆਂ ਦੁਆਰਾ ਵੀ 6000 ਮਿਲੀਅਨ ਜਾਂ 6 ਅਰਬ ਗਲੈਕਸੀਆਂ ਨੇ ਜਿਹੜੀਆਂ ਬ੍ਰਹਿਮੰਡ ਦੇ ਵਿੱਚ ਸਥਿਤ ਨੇ। ਤਾਂ ਇਹਨਾਂ ਨੇ ਇੱਕ ਅੰਦਾਜ਼ਾ ਲਗਾਇਆ ਵੀ ਇੱਕ ਗਲੈਕਸੀ ਦੇ ਵਿੱਚ ਲਗਭਗ ਕਈ ਲੱਖ ਮਿਲੀਅਨ ਤਾਰੇ ਸਮਾਏ ਹੋਏ ਹੈ। ਐਡੀਆਂ ਵੱਡੀਆਂ ਹੁੰਦੀਆਂ ਨੇ ਦੇਖੋ ਗਲੈਕਸੀਆਂ।
ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਤਾਰੇ ਹਨ। ਜਿਹੜਾ ਆਪਾਂ ਦੇਖਦੇ ਹਾਂ ਰਾਤ ਨੂੰ ਅਸਮਾਨ ਦੇ ਵਿੱਚ, ਉਹ ਤਾਂ ਇੱਕ ਛੋਟਾ ਜਿਹਾ ਪੋਰਸ਼ਨ ਹੀ ਹੈ, ਪਰ ਜੇਕਰ ਆਪਾਂ ਚੰਗੀ ਤਰ੍ਹਾਂ ਇਸ ਦਾ ਅਧਿਐਨ ਕਰੀਏ, ਵਿਗਿਆਨੀਆਂ ਦੇ ਮੁਤਾਬਕ ਇਸ ਦੀ ਸਟੱਡੀ ਕਰੀਏ, ਤਾਂ ਇਹ ਇੰਨੇ ਜ਼ਿਆਦਾ ਤਾਰੇ ਨੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗਲੈਕਸੀ ਦੇ ਇੱਕ ਹਿੱਸੇ ਵਿੱਚ, ਜਿਸ ਵਿੱਚ ਲਗਭਗ 1 ਖਰਬ ਤਾਰੇ ਹਨ ਅਤੇ ਗ੍ਰਹਿ ਹਨ, ਉਸ ਨੂੰ ਆਕਾਸ਼ ਗੰਗਾ ਜਾਂ ਮਿਲਕੀ ਵੇ ਕਹਿੰਦੇ ਨੇ। ਠੀਕ ਹੈ ਜੀ। ਤਾਂ ਆਕਾਸ਼ ਗੰਗਾ ਜਾਂ ਮਿਲਕੀ ਵੇ ਦੇ ਵਿੱਚ ਹੀ ਕੀ ਹੈ, ਆਪਣਾ ਸੋਲਰ ਸਿਸਟਮ ਸਮਾਇਆ ਹੋਇਆ ਹੈ। ਆਕਾਸ਼ ਗੰਗਾ ਦਾ ਇੱਕ ਹਿੱਸਾ ਜਿਹੜਾ 8 ਗ੍ਰਹਿਾਂ ਤੇ ਸੂਰਜ ਤੋਂ ਬਣਿਆ ਹੈ, ਉਸ ਨੂੰ ਕੀ ਕਹਿੰਦੇ, ਸੌਰ ਮੰਡਲ ਜਾਂ ਸੂਰਜੀ ਪਰਿਵਾਰ ਕਹਿੰਦੇ ਨੇ, ਤੇ ਅੰਗਰੇਜ਼ੀ ਦੇ ਵਿੱਚ ਉਸ ਨੂੰ ਆਪਾਂ ਕੀ ਕਹਿੰਦੇ ਆ, ਸੋਲਰ ਸਿਸਟਮ ਆਖਦੇ ਹਾਂ। ਹੁਣ ਆਪਾਂ ਸੂਰਜੀ ਪਰਿਵਾਰ ਦਾ ਅਧਿਐਨ ਕਰਾਂਗੇ ਵਿਸਥਾਰ ਦੇ ਵਿੱਚ। ਧਿਆਨ ਦੇ ਨਾਲ ਸਮਝਣਾ ਬੇਟਾ, ਇਹ ਬਹੁਤ ਜ਼ਿਆਦਾ ਜ਼ਰੂਰੀ ਲੈਸਨ ਆ ਤੁਹਾਡੇ ਵਾਸਤੇ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਕਿ ਗ੍ਰਹਿ ਕਿਸ ਨੂੰ ਕਹਿੰਦੇ ਨੇ, ਪਲੈਨਟ ਕਿਸ ਨੂੰ ਆਖਦੇ ਨੇ। ਗ੍ਰਹਿ ਜਿਹੜੇ ਕਿ ਸੂਰਜ ਦਾ ਚੱਕਰ ਲਗਾ ਰਹੇ ਹੈ। ਗ੍ਰਹਿ ਜਿਹੜਾ ਪਲੈਨਟ ਸ਼ਬਦ ਯੂਨਾਨੀ ਭਾਸ਼ਾ ਵਿੱਚ ਘੁੰਮਣ ਵਾਲੀਆਂ ਚੀਜ਼ਾਂ ਤੋਂ ਲਿਆ ਗਿਆ ਹੈ। ਜੇਕਰ ਆਪਾਂ ਯੂਨਾਨੀ ਭਾਸ਼ਾ ਦੇ ਵਿੱਚ ਗ੍ਰਹਿ ਸ਼ਬਦ ਦਾ ਅਧਿਐਨ ਕਰੀਏ ਤਾਂ ਇਸ ਤੋਂ ਕੀ ਭਾਵ ਹੈ, ਜਿਹੜੀਆਂ ਚੀਜ਼ਾਂ ਘੁੰਮਦੀਆਂ ਰਹਿੰਦੀਆਂ ਨੇ ਬ੍ਰਹਿਮੰਡ ਦੇ ਵਿੱਚ, ਜਿਹੜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਦੀਆਂ ਰਹਿੰਦੀਆਂ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਗ੍ਰਹਿ ਕਹਿੰਦੇ ਹਾਂ। ਗ੍ਰਹਿ ਪੁਲਾੜ ਵਿੱਚ ਇੱਕ ਨਿਸ਼ਚਿਤ ਮਾਰਗ ਵਿੱਚ ਸੂਰਜ ਦੁਆਲੇ ਘੁੰਮਦੇ ਠੋਸ ਜਾਂ ਗੈਸੀ ਗੋਲੇ ਹਨ। ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਣਾ ਚਾਹੁੰਦਾਗਾ, ਜਿਹੜੇ ਗ੍ਰਹਿ ਨੇ, ਸੂਰਜ ਆ ਜਿਹੜਾ, ਉਹ ਆਪਣੀ ਗ੍ਰੈਵੀਟੇਸ਼ਨਲ ਫੋਰਸ ਦੇ ਰਾਹੀਂ ਗ੍ਰਹਿਾਂ ਨੂੰ ਆਪਣੇ ਵੱਲ ਖਿੱਚ ਕੇ ਰੱਖਦਾ ਹੈ, ਜਿਸ ਦੇ ਕਰਕੇ ਗ੍ਰਹਿ ਨੇ ਜਿਹੜੇ ਗ੍ਰੈਵੀਟੇਸ਼ਨਲ ਫੋਰਸ ਦੇ ਕਰਕੇ, ਸੂਰਜੀ ਗੁਰੂਤਾਕਰਸ਼ਣ ਬਲ ਦੇ ਕਰਕੇ ਸੂਰਜ ਦੇ ਆਸੇ-ਪਾਸੇ ਕੀ ਕਰਦੇ ਨੇ, ਚੱਕਰ ਲਗਾਉਂਦੇ ਰਹਿੰਦੇ ਨੇਗੇ। ਠੀਕ ਹੈ। ਗ੍ਰਹਿਾਂ ਉੱਤੇ ਸੂਰਜ ਦੀ ਰੋਸ਼ਨੀ ਪੈਣ ਕਾਰਨ ਹੀ ਗ੍ਰਹਿ ਚਮਕਦੇ ਨਜ਼ਰ ਆਉਂਦੇ ਹਨ। ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀ ਵੀ ਗ੍ਰਹਿਾਂ ਦਾ ਆਪਣਾ ਕੋਈ ਪ੍ਰਕਾਸ਼ ਜਾਂ ਰੋਸ਼ਨੀ ਨਹੀਂ ਹੁੰਦੀ, ਸਗੋਂ ਦੀ ਗ੍ਰਹਿ ਨੇ ਜਿਹੜੇ, ਉਹ ਕਿਸ ਦੀ ਵਜ੍ਹਾ ਦੇ ਨਾਲ ਚਮਕਦੇ ਨੇ, ਸੂਰਜ ਦੀ ਵਜ੍ਹਾ ਦੇ ਨਾਲ। ਠੀਕ ਹੈ ਜੀ। ਸਾਡੇ ਸੂਰਜੀ ਪਰਿਵਾਰ ਦੇ ਵਿੱਚ ਟੋਟਲ ਕਿੰਨੇ ਗ੍ਰਹਿ ਨੇ, 8 ਗ੍ਰਹਿ ਨੇ ਟੋਟਲ। ਸੂਰਜ ਤੋਂ ਦੂਰੀ ਅਨੁਸਾਰ ਗ੍ਰਹਿਾਂ ਦੇ ਨਾਮ ਕ੍ਰਮ ਵਿੱਚ ਯਾਦ ਰੱਖਣ ਦੇ ਵਾਸਤੇ ਇੱਕ ਟ੍ਰਿਕ ਦੱਸੀ ਗਈ, ਇੱਕ ਤਰੀਕਾ ਦੱਸਿਆ ਗਿਆ ਇਹਨਾਂ ਨੇ। ਕਿਹੜਾ ਤਰੀਕਾ ਹੈ, ਮਾਈ ਵੈਰੀ ਐਫੀਸ਼ੀਐਂਟ ਮਦਰ ਯਸ ਸਰਵ ਅਸ ਨਰਸ, ਇਹ ਦੱਸਿਆ ਗਿਆ ਇਹਨਾਂ ਨੂੰ। ਠੀਕ ਹੈ। ਤਾਂ ਇਸ ਦੇ ਵਿੱਚ ਦੇਖੋ, ਇਸ ਵਾਕ ਦੇ ਸ਼ਬਦਾਂ ਦੇ ਪ੍ਰਥਮ ਅੱਖਰ ਤੋਂ ਗ੍ਰਹਿਾਂ ਦੇ ਅੰਗਰੇਜ਼ੀ ਨਾਮ ਆਰੰਭ ਹੁੰਦੇ ਹਨ। ਸੂਰਜ ਇਹਨਾਂ ਦਾ ਜਨਮਦਾਤਾ ਹੈ। ਠੀਕ ਹੈ। ਕਿਉਂਕਿ ਜਿਹੜੇ ਗ੍ਰਹਿ ਨੇ, ਮੰਨਿਆ ਜਾਂਦਾ ਇਹ ਵਿਗਿਆਨੀਆਂ ਦੁਆਰਾ ਵੀ ਕਿਸ ਤੋਂ ਪੈਦਾ ਹੋਏ ਨੇ, ਇਹ ਸੂਰਜ ਤੋਂ ਹੀ ਪੈਦਾ ਹੋਏ ਹੈ। ਇਹਨਾਂ ਗ੍ਰਹਿਾਂ ਦੇ ਨਾਂ ਨੇ ਜਿਹੜੇ ਯੂਨਾਨੀ ਦੇਵਤਿਆਂ ਦੇ ਨਾਮ ਦੇ ਨਾਲ ਰੱਖੇ ਗਏ ਨੇ। ਠੀਕ ਹੈ। ਤਾਂ ਭਿੰਨ ਭਿੰਨ ਪ੍ਰਕਾਰ ਦੇ ਗ੍ਰਹਿ ਨੇਗੇ। ਦੇਖੋ, ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਰਸ, ਤਾਂ ਇਸ ਤੋਂ ਕੀ ਭਾਵ ਹੈ, ਦੇਖੋ ਸਭ ਤੋਂ ਪਹਿਲਾ ਗ੍ਰਹਿ ਜਿਹੜਾ ਸੂਰਜ ਦੇ ਨੇੜੇ ਹੈ, ਮਾਈ ਤੋਂ ਦੇਖੋ, ਮਾਈ ਐਮ। ਠੀਕ ਹੈ। ਮਤਲਬ ਕੀ ਹੈ, ਮਰਕਰੀ। ਐਮ ਤੋਂ ਆਪਾਂ ਕੀ ਲਵਾਂਗੇ, ਮਰਕਰੀ। ਵੈਰੀ ਵੀ ਆ ਗਈ, ਵੀ ਤੋਂ ਲਵਾਂਗੇ ਆਪਾਂ ਵੀਨਸ। ਉਸ ਤੋਂ ਬਾਅਦ ਈ ਐਫੀਸ਼ੀਐਂਟ ਆ ਗਈ, ਇਸ ਤੋਂ ਲਵਾਂਗੇ ਆਪਾਂ ਅਰਥ। ਫਿਰ ਉਸ ਤੋਂ ਬਾਅਦ ਐਮ, ਠੀਕ ਹੈ, ਮਦਰ। ਐਮ ਤੋਂ ਯਾਦ ਰੱਖਾਂਗੇ ਆਪਾਂ ਕੀ, ਮਾਰਸ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਗ੍ਰਹਿ ਜਿਹੜਾ ਆਪਣਾ ਬ੍ਰਹਿਮੰਡ ਦਾ, ਠੀਕ ਹੈ, ਕਹਿਣ ਦਾ ਭਾਵ ਆਪਣੀ ਸੂਰਜੀ ਪਰਿਵਾਰ ਦਾ, ਉਹ ਕਿਹੜਾ ਹੈਗਾ, ਜੂਪੀਟਰ। ਤਾਂ ਜੇ ਤੋਂ ਮਤਲਬ ਕੀ ਹੈਗਾ, ਜੂਪੀਟਰ। ਫਿਰ ਐਸ ਦਾ ਮਤਲਬ ਕੀ ਹੈ, ਸੈਟਰਨ। ਠੀਕ ਹੈ ਜੀ। ਜਿਹੜਾ ਕਿ ਜਿਸ ਦੇ ਦੁਆਲੇ ਆਸੇ-ਪਾਸੇ ਕੀ ਹੈ, ਛੱਲੇ ਸ਼ਨੀ ਗ੍ਰਹਿ। ਉਸ ਤੋਂ ਬਾਅਦ ਅਸ ਯੂ ਆ ਗਿਆ, ਯੂਰੇਨਸ ਗ੍ਰਹਿ, ਤੇ ਐਂਡ ਤੇ ਆ ਜਾਂਦਾ ਹੈਗਾ ਆਪਣਾ ਨੈਪਚੂਨ। ਠੀਕ ਹੈ। ਤਾਂ ਇਹ 8 ਗ੍ਰਹਿ ਨੇ ਜਿਹੜੇ, ਇਹਨਾਂ ਦੇ ਨਾਮ ਨੇ ਜਿਹੜੇ, ਉਹ ਕਿਸ 'ਤੇ ਆਧਾਰਿਤ ਨੇ, ਯੂਨਾਨੀ ਦੇਵਤਿਆਂ ਦੇ ਨਾਮ ਦੇ ਉੱਪਰ ਆਧਾਰਿਤ ਨੇ। ਤੇ ਇਹਨਾਂ ਨੂੰ ਅਸੀਂ ਇਸ ਟ੍ਰਿਕ ਦੇ ਨਾਲ ਕ੍ਰਮਵਾਰ ਯਾਦ ਰੱਖ ਸਕਦੇ ਹਾਂ। ਉਸ ਤੋਂ ਬਾਅਦ ਦੇਖੋ, ਡਾਇਆਮੀਟਰ ਜਾਂ ਵਿਆਸ, ਇਹ ਕੀ ਹੈ, ਦੇਖੋ ਕਹਿੰਦੇ ਕਿਸੇ ਗੋਲੇ ਦੇ ਕੇਂਦਰੀ ਧੁਰੇ ਵਿੱਚੋਂ ਦੀ ਹੋ ਕੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਾਲੀ ਸਿੱਧੀ ਰੇਖਾ ਨੂੰ ਕੀ ਕਹਿੰਦੇ ਨੇ, ਵਿਆਸ ਕਹਿੰਦੇ ਨੇ। ਗੋਲੇ ਦਾ ਮਤਲਬ ਕੀ ਹੈ, ਇੱਥੇ ਗ੍ਰਹਿ ਵੀ, ਮਤਲਬ ਆਪਾਂ ਕੀ ਕਰਦੇ ਹਾਂ, ਗੋਲੇ ਦੇ ਆਪਣੇ ਗ੍ਰਹਿ ਦੇ ਨੇ ਜਿਹੜੇ 8 ਗ੍ਰਹਿ ਨੇ, ਕਿਸੇ ਵੀ ਗ੍ਰਹਿ ਨੂੰ ਲਗਾ ਲਓ, ਉਹਦੇ ਕੇਂਦਰੀ ਧੁਰੇ ਦੇ ਵਿੱਚੋਂ ਦੀ ਹੋ ਕੇ ਇੱਕ ਸਿੱਧੀ ਰੇਖਾ ਲੰਘਦੀ ਹੈ, ਜਿਹੜੀ ਕਿ ਇੱਕ ਸਿਰੇ ਨੂੰ ਦੂਸਰੇ ਸਿਰੇ ਤੱਕ ਜੋੜਦੀ ਹੈ, ਉਸ ਨੂੰ ਆਪਾਂ ਕਹਿੰਦੇ ਵਿਆਸ ਜਾਂ ਗ੍ਰਹਿ ਦਾ ਡਾਇਆਮੀਟਰ ਕਹਿੰਦੇ ਆ। ਅੱਗੇ ਦੇਖੋ ਬੇਟਾ, ਤਾਲਿਕਾ ਦਿੱਤੀ ਗਈ ਹੋਈ ਹੈ ਆਪਾਂ ਨੂੰ, ਇੱਕ ਚਾਰਟ ਦਿੱਤਾ ਹੋਇਆ, ਇਹਦੇ ਵਿੱਚ ਗ੍ਰਹਿਾਂ ਦੇ ਨਾਂ ਦਿੱਤੇ ਗਏ ਨੇ, ਉਹਨਾਂ ਦਾ ਵਿਆਸ, ਡਾਇਆਮੀਟਰ ਦੱਸਿਆ ਹੋਇਆ, ਤੇ ਇਸ ਤੋਂ ਇਲਾਵਾ ਸੂਰਜ ਤੋਂ ਉਸ ਦੀ ਦੂਰੀ ਦੱਸੀ ਗਈ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਐਂਡ ਦੇ ਦਿੱਤਾ ਹੋਇਆ ਉਪਗ੍ਰਹਿਾਂ ਦੀ ਗਿਣਤੀ, ਇਹਦੇ ਵਿੱਚ ਦਿੱਤੀ ਹੋਈ ਹੈ। ਠੀਕ ਹੈ। ਤਾਂ ਦੇਖੋ ਬੇਟਾ, ਸਭ ਤੋਂ ਜਿਹੜਾ ਪਹਿਲਾ ਗ੍ਰਹਿ ਆ ਉਹ ਕਿਹੜਾ, ਬੁੱਧ, ਮਰਕਰੀ, ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ। ਸੂਰਜ ਤੋਂ ਇਸ ਦੀ ਦੂਰੀ ਦਿੱਤੀ ਗਈ ਹੈ 4878 ਕਿਲੋਮੀਟਰ।
तो इस तो इलावा देखो सूरज तो दूरी 10 ਲੱਖ मिलियन किलोमीटर कितनी है 58 सॉरी इस दे विच मैं तुहानूं दस गया इसका की है डायमीटर या आकार दस्या गया वो कितना गा 4878 तो इस तो इलावा सूरज तो जी दूरी है इसकी कितनी है 58 मिलियन किलोमीटर। फिर उस तो बाद देखो इसका एक भी उपग्रह नहीं हैगा, ठीक है, जिमें चंद है पृथ्वी का उपग्रह इस तरह बुध ग्रह का कोई भी उपग्रह नहीं हैगा। दूसरे नंबर पर आ जाता शुक्र, शुक्र का जोड़ा व्यास है कितना गा 12103 किलोमीटर तो इसकी जी सूरज तो दूरी है कितनी हैगी 108 मिलियन किलोमीटर तो इसका भी कोई उपग्रह नहीं हैगा। फिर आ जाती अपनी धरती, धरती का जोड़ा 12756 किलोमीटर, ठीक है, सूरज तो जी मिलियन दूरी के है इसकी कितनी 149 तो इसका एक उपग्रह है जिसका नाम की है चंद, ठीक है। फिर उस तो बाद इसे तरह आ जाता जुपिटर जिसनों आप बृहस्पति कहने हैं, फिर आ जाता शनि सैटर्न, फिर यूरेनस आ जाता है, फिर नैपचून आ जाता है। इस तरह जोड़े 8 ग्रह ने इन्हों की सूरज तो दूरी है जी आपको दसी गई है इत्थे। इस तो इलावा इन्हों का डायमीटर दस्या गया तो उपग्रह दसे गए हैं। तो ध्यान नाल देखो तुसीं सब तो जोड़े ज़्यादा उपग्रह ने वो किस ग्रह के नेगे बृहस्पति के जुपिटर के सब तो ज़्यादा उपग्रह ने किन्ने ने टोटल 63 उपग्रह ने। उस तो बाद शनि है जोड़ा शनि के उपग्रह किन्ने ने 47 ने, ठीक है। तो सब तो ज़्यादा जोड़ा व्यास वध है डायमीटर वध है किस ग्रह का गा वो बृहस्पति का जुपिटर का। दूसरे नंबर पर किहड़ा आ जाता है शनि आ जाता है, ठीक है। तो ये तुसीं चार्ट है ध्यान दे नाल देख लेना। फिर उस तो बाद देखो ग्रहां की कोई अपनी रोशनी नहीं होंगी है, तुहानूं मैं पहला ही दस चुकिया भी ग्रहां की अपनी कोई भी रोशनी नहीं होंगी। ये किस दी सहायता दे नाल चमकदे ने सूरज तो जिहड़ी रोशनी आउंदी है उस दी सहायता दे नाल ही जिहड़े ग्रह ने वो चमकदे ने। तो जिहड़ा अपना सूरज है बहुत ही ज़्यादा वड्डा है, तुहानूं पहला दस चुकिया मैं, तो अत्यंत गर्म हैगा, ठीक है जी। तो इसकी अत्यंत गर्मी धरती तो बहुत ज़्यादा दूरी करके महसूस नहीं होंदी क्योंकि अपने तो बहुत ज़्यादा दूर है, 15 करोड़ किलोमीटर दूर है लगभग 150 मिलियन, ठीक है। तो उस दी वजह के करके आपां इसकी अत्यंत जी बहुत ज़्यादा वड्डे पद्धर ते गर्मी है वो सानू महसूस नहीं होंदी। उस तो बाद देखो तुसी सोचते होवोगे सूरज कित्थों आया। विग्यानियों का विश्वास है कि सूरज है जो घूमते गैसी बदल जिसनूं नैबूला आखते हैं तो बनया है, ठीक है। तो सूरज कित्थों बनया देखो पहला सूरज की होंद नहीं सी तो एक की सीगा बदल सीगा घूमता होया सी जिहड़ा ब्रह्मंड दे विच जिसनूं की कहंदे ने नैबूला कहा जाता है। उस नैबूला दे विच बहुत सारिया गैसां सी, बहुत ज़्यादा गैसां का समूह सी, अलग अलग प्रकार दी गैसां उस दे विच समाईयां होईयां सी। ते उस नैबूला दे विच ग्रैविटी बहुत ज़्यादा सी, ग्रैविटी दे करके गैसां सी जिहड़ियां आसे पासे वो चक्कर लगाउण लग गईयां। नैबूला जिहड़ा वो तेज़ रफ्तार दे नाल घूमना शुरू हो गया। हौली हौली उत्थों ही की होया अपना सूरज का निर्माण होया, ठीक है। जिहड़ियां गैसां सी तकरीबन जिहड़ी हाइड्रोजन गैस वध मात्रा दे विच सूरज दे विच है वो लगभग एक जगह ते इकट्ठी होगी जिस दी वजह दे करके किस दा निर्माण होया अपने सूरज का निर्माण होया। ते बाकी जिहड़ियां गैसां दा समूह आसे पासे नैबूला दे विच घूम रहा सी वो एक एक करके ग्रह बनते रहे, ठीक है। तो इस तरह की होया सूरजी परिवार का निर्माण होया। पहला तो सूरज का जन्म होया फिर उस तो बाद की होया ग्रहां का जन्म होया। एक तो देखो ये अनुमान लगाया जाता है, एक दूसरा अनुमान ये लगाया जाता है भी नैबूला सीगा उस तो सूरज का निर्माण होया। एक समा अजिहा आया जो सूरज का उपरी हिस्सा सी टुट के बिखर गया जिहदे करके बाकी ग्रहां का निर्माण होया। तो जिहड़े विग्यानी ने, ठीक है, दोवें इहो तर्क दिंदे ने ज़्यादातर जी थ्योरी है वो नैबूला की जी तुहानूं मैं पहला दस के हटिया भी की है नैबूला जिहड़ा गैसां का बदल सीगा उस दे विच बहुत सारिया गैसां सी जिहड़ियां कि चक्कर लगा रही सी तेज़ गति दे नाल। फिर उस तो बाद की होया ग्रैविटी बहुत ज़्यादा पैदा हुई जिस दे करके सूरज का निर्माण होया, जिहड़ा आसे पासे मटीरियल सी उस दे करके बाकी ग्रहां का निर्माण होया। तो ये तुहानूं मैं पहला ही दस चुकिया मैं भी जिहड़ा सूरज है सूरज दे विच जिन्ना वड्डा तारा हुआ या जिन्ना वड्डा मान लो ग्रह हुआ उस दे विच उन्नी ही गुरुत्वाकर्षण बल ज़्यादा हुआ, उन्नी ही ग्रैविटी ज़्यादा होगी। तो इस ग्रैविटी की वजह के करके जिहड़ा सूरज है उसने बाकी ग्रहां नूं अपने आसे पासे खिंच के रखा हुआ है जिस दे करके की है ग्रह ने जिहड़े सूरज का चक्कर लगा रहे हैं। तो तुसी तस्वीर दे विच देख सकते हो इस दे विच आह की है सूरज है बेटा ये। उस तो बाद देखो एक एक करके ग्रह ने, ठीक है, पहला गा ठीक है बुध, फिर शुक्र ग्रह आंदा, फिर अपनी अर्थ आ जाती है। तुसीं देखो बेटा अर्थ है जिहड़ी सूरज के मुकाबले कितनी ज़्यादा छोटी है, ये सूरज अपना ये अर्थ है,
ठीक है, ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਜ਼ਿਆਦਾ ਛੋਟੀ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਮਾਰਸ ਆ ਜਾਂਦਾ, ਫਿਰ ਜੁਪੀਟਰ ਆ ਜਾਂਦਾ, ਫਿਰ ਸੈਟਰਨ ਆ ਜਾਂਦਾ, ਫਿਰ ਯੂਰੇਨਸ ਆ ਜਾਂਦਾ, ਫਿਰ ਉਸ ਤੋਂ ਬਾਅਦ ਨੈਪਚੂਨ ਆ ਜਾਂਦਾ। ਇਸ ਤਰ੍ਹਾਂ ਮੰਨ ਲਓ ਕਿ ਇਹ ਅਲੱਗ-ਅਲੱਗ ਤੌਰ 'ਤੇ ਗ੍ਰਹਿ ਦਿੱਤੇ ਹੋਏ ਨੇ ਸੂਰਜੀ ਪਰਿਵਾਰ ਦੇ ਵਿੱਚ। ਠੀਕ ਹੈ, ਸੌਰੀ ਨੈਪਚੂਨ ਜਿਹੜਾ ਗ੍ਰਹਿ ਆ ਉਹ ਨੀਚੇ ਆ ਜਾਂਦਾ ਇਸ 'ਤੇ। ਠੀਕ ਹੈ, ਨੀਚੇ ਆ ਰਿਹਾ, ਇਹ ਨੈਪਚੂਨ ਗ੍ਰਹਿ ਆ। ਤਾਂ ਇਹ ਤੁਸੀਂ ਧਿਆਨ ਦੇ ਨਾਲ ਦੇਖ ਲਓ। ਫਿਰ ਉਸ ਤੋਂ ਬਾਅਦ ਦੇਖੋ ਬੇਟਾ, ਗ੍ਰਹਿ ਨੇ ਜਿਹੜੇ ਦੇਖੋ ਉਹ ਸੂਰਜ ਦੇ ਆਸੇ ਪਾਸੇ ਚੱਕਰ ਲਗਾ ਰਹੇ ਹੈ। ਇਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਗ੍ਰੈਵੀਟੇਸ਼ਨਲ ਫੋਰਸ ਦੀ ਵਜ੍ਹਾ ਦੇ ਕਰਕੇ। ਇਸੇ ਤਰ੍ਹਾਂ ਹੀ ਸਾਰੇ ਗ੍ਰਹਿ ਪੁਲਾੜ ਵਿੱਚ ਸੂਰਜ ਦੁਆਲੇ ਘੁੰਮਦੇ ਹਨ ਦੇਖੋ। ਠੀਕ ਹੈ, ਇਹਨਾਂ ਸਾਰਿਆਂ ਦਾ ਆਪੋ ਆਪਣਾ ਕੀ ਹੈ ਰਾਸਤਾ ਗਾ, ਜਿਸ ਨੂੰ ਆਪਾਂ ਕੀ ਕਹਿੰਦੇ ਗ੍ਰਹਿ ਪੰਧ ਕਹਿੰਦੇ ਹਾਂ। ਜਿਹੜੀ ਦਿਸ਼ਾ ਦੇ ਵਿੱਚ ਸੂਰਜ ਦੇ ਆਸੇ ਪਾਸੇ ਇਹ ਚੱਕਰ ਲਗਾਉਂਦੇ ਨੇ ਉਸ ਨੂੰ ਕੀ ਕਹਿੰਦੇ ਨੇ ਗ੍ਰਹਿ ਪੰਧ ਕਹਿੰਦੇ ਨੇਗੇ। ਗ੍ਰਹਿਾਂ ਦੀ ਆਪਣੀ ਆਪਣੀ ਗਤੀ ਹੈ, ਜਿਸ ਕਰਕੇ ਹਰੇਕ ਗ੍ਰਹਿ ਸੂਰਜ ਦੁਆਲੇ ਆਪਣਾ ਚੱਕਰ ਪੂਰਾ ਕਰਨ ਵਿੱਚ ਵੱਖੋ ਵੱਖਰਾ ਸਮਾਂ ਲੈਂਦਾ ਹੈ। ਠੀਕ ਹੈ, 8 ਦੇ 8 ਗ੍ਰਹਿ ਨੇ ਜਿਹੜੇ ਉਹ ਸੂਰਜ ਦੇ ਦੁਆਲੇ ਚੱਕਰ ਪੂਰਾ ਕਰਨ ਦੇ ਵਿੱਚ ਅਲੱਗ-ਅਲੱਗ ਤੌਰ 'ਤੇ ਆਪਣਾ ਆਪਣਾ ਟਾਈਮ ਲੈਂਦੇ ਨੇਗੇ, ਆਪਣੀ ਆਪਣੀ ਉਹਨਾਂ ਦੀ ਸਪੀਡ ਹੈ। ਸੂਰਜੀ ਪਰਿਵਾਰ ਦੇ ਚਿੱਤਰ ਵਿੱਚ ਸੂਰਜ ਅਤੇ ਗ੍ਰਹਿਾਂ ਨੂੰ ਵੇਖੋ ਕਿ ਕਿਵੇਂ ਹਰੇਕ ਗ੍ਰਹਿ ਆਪਣੇ ਗ੍ਰਹਿ ਪੰਧ ਉੱਤੇ ਆਪਣੇ ਦੁਆਲੇ ਵੀ ਇੱਕੋ ਹੀ ਦਿਸ਼ਾ ਵਿੱਚ ਪੱਛਮ ਤੋਂ ਪੂਰਬ ਘੁੰਮਦਾ ਹੋਇਆ ਸੂਰਜ ਦੀ ਪਰਿਕਰਮਾ ਕਰਦਾ ਹੈ। ਪਰ ਕੇਵਲ ਸ਼ੁੱਕਰ ਗ੍ਰਹਿ ਹੀ ਇੱਕ ਅਜਿਹਾ ਹੈ ਜਿਹੜਾ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਤੁਹਾਨੂੰ ਦੱਸਿਆ ਮੈਂ ਆਪਣੇ ਆਪਣੇ ਗ੍ਰਹਿ ਪੰਧ 'ਤੇ ਜਦੋਂ ਗ੍ਰਹਿ ਚੱਕਰ ਲਗਾਉਂਦੇ ਨੇ ਤਾਂ ਉਹ ਕਿਸ ਦਿਸ਼ਾ ਦੇ ਵਿੱਚ ਘੁੰਮਦੇ ਨੇ, ਪੱਛਮ ਤੋਂ ਪੂਰਬ ਦਿਸ਼ਾ ਦੇ ਵਿੱਚ ਘੁੰਮਦੇ ਨੇ। ਪਰ ਸਿਰਫ ਇੱਕੋ ਗ੍ਰਹਿ ਆ ਜਿਸ ਦਾ ਨਾਮ ਕੀ ਹੈ ਵੀਨਸ ਜਾਂ ਸ਼ੁੱਕਰ ਗ੍ਰਹਿ, ਜਿਹੜਾ ਕਿ ਉਲਟਾ ਘੁੰਮਦਾ ਗਾ। ਠੀਕ ਹੈ, ਉਹ ਪੂਰਬ ਤੋਂ ਪੱਛਮ ਦੇ ਵੱਲ ਘੁੰਮਦਾ ਗਾ। ਤਾਂ ਯਾਦ ਰੱਖਿਓ ਸ਼ੁੱਕਰ ਗ੍ਰਹਿ ਜਿਸ ਨੂੰ ਆਪਾਂ ਵੀਨਸ ਕਹਿੰਦੇ ਹਾਂ। ਹਰੇਕ ਗ੍ਰਹਿ ਸੂਰਜ ਦੁਆਲੇ ਪਰਿਕਰਮਾ ਪੂਰੀ ਕਰਨ ਵਿੱਚ ਵੱਖ-ਵੱਖ ਸਮਾਂ ਲੈਂਦਾ ਹੈ, ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ। ਜਿਹੜੀ ਪ੍ਰਿਥਵੀ ਹੈ ਸੂਰਜ ਦੇ ਦੁਆਲੇ ਜਦੋਂ ਪਰਿਕਰਮਾ ਕਰਦੀ ਹੈ ਉਸ ਨੂੰ ਕਿੰਨਾ ਟਾਈਮ ਲੱਗਦਾ ਗਾ 365 ਸਹੀ 1/4 ਦਿਨ ਲੱਗਦੇ ਨੇ ਸੂਰਜ ਦੇ ਆਸੇ-ਪਾਸੇ ਚੱਕਰ ਲਗਾਉਣ ਦੇ ਵਿੱਚ। ਠੀਕ ਹੈ, ਬੁੱਧ ਸੂਰਜ ਤੋਂ ਸਭ ਤੋਂ ਨੇੜਲਾ ਗ੍ਰਹਿ ਹੈ ਜਿਹੜਾ ਆਪਣੀ ਪਰਿਕਰਮਾ ਕਿੰਨੇ ਦਿਨਾਂ ਦੇ ਵਿੱਚ ਪੂਰੀ ਕਰਦਾ, 88 ਦਿਨਾਂ ਦੇ ਵਿੱਚ ਪੂਰੀ ਕਰਦਾ। ਫਿਰ ਦੇਖੋ ਅੱਗੇ, ਪਹਿਲਾਂ ਲੋਕ ਕੀ ਸਮਝਦੇ ਸੀਗੇ, ਧਰਤੀ ਨੂੰ ਸੂਰਜੀ ਪਰਿਵਾਰ ਦਾ ਕੇਂਦਰ ਮੰਨਦੇ ਸੀ। ਠੀਕ ਹੈ, ਕਿਉਂਕਿ ਪਹਿਲਾਂ ਇੰਨੀਆਂ ਜ਼ਿਆਦਾ ਖੋਜਾਂ ਨਹੀਂ ਹੋਈਆਂ ਸੀ, ਇੰਨੇ ਜ਼ਿਆਦਾ ਵੱਡੇ ਵੱਡੇ ਟੈਲੀਸਕੋਪ ਨਹੀਂ ਸੀਗੇ, ਇਸ ਕਰਕੇ ਲੋਕ ਇਹ ਮੰਨਦੇ ਸੀ ਜਿਹੜੀ ਧਰਤੀ ਹੈ ਉਹ ਕੀ ਹੈ ਇੱਕ ਸੈਂਟਰ ਹੈਗਾ ਅਤੇ ਸੂਰਜ ਹੈ ਜਿਹੜਾ ਧਰਤੀ ਦੇ ਆਸੇ ਪਾਸੇ ਚੱਕਰ ਲਗਾਉਂਦਾ ਗਾ। ਇਹ ਧਾਰਨਾ ਸੀ ਪਹਿਲਾਂ। ਠੀਕ ਹੈ, ਫਿਰ ਪ੍ਰਿਥਵੀ ਦੇ ਵਾਸੀਆਂ ਨੂੰ ਤਾਂ ਸਿੱਧੀ ਜਿਹੀ ਨਜ਼ਰੇ ਲੱਗਦਾ ਵੀ ਇੰਝ ਹੀ ਹੈ। ਜਦੋਂ ਆਪਾਂ ਦੇਖਦੇ ਹਾਂ ਦੇਖੋ ਆਪਾਂ ਨੂੰ ਐਵੇਂ ਲੱਗਦਾ ਨਾ ਵੀ ਇੱਧਰੋਂ ਸੂਰਜ ਚੜ੍ਹਦਾ, ਪੂਰਬ ਦੇ ਵਿੱਚ ਸੂਰਜ ਚੜ੍ਹਦਾ ਅਤੇ ਪੱਛਮ ਦੇ ਵਿੱਚ ਛਿਪ ਜਾਂਦਾ ਜਾ ਕੇ, ਤਾਂ ਸੂਰਜ ਹੈ ਜਿਹੜਾ ਪ੍ਰਿਥਵੀ ਦਾ ਇੱਕ ਦਿਨ ਦੇ ਵਿੱਚ ਚੱਕਰ ਪੂਰਾ ਕਰਦਾ। ਇਸੇ ਤਰ੍ਹਾਂ ਹੀ ਆਪਾਂ ਨੂੰ ਦੇਖਣ ਨੂੰ ਲੱਗਦਾ, ਪਰ ਅਜਿਹਾ ਨਹੀਂ ਹੈਗਾ। ਜੋ ਆਪਾਂ ਦੇਖਦੇ ਹਾਂ ਉਹ ਸੱਚ ਨਹੀਂ। ਅਤੇ ਕੀ ਹੋਇਆ ਦੇਖੋ, ਕਹਿੰਦਾ ਪ੍ਰਿਥਵੀ ਦੇ ਵਾਸੀਆਂ ਨੂੰ ਸਿੱਧੀ ਨਜ਼ਰੇ ਅਜਿਹਾ ਹੀ ਲੱਗਦਾ ਹੈ, ਪਰ ਕੋਪਰਨਿਕਸ ਅਤੇ ਗੈਲੀਲੀਓ ਵਰਗੇ ਵਿਗਿਆਨੀਆਂ ਨੇ ਇਸ ਵਿਚਾਰ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਸੂਰਜ ਕੇਂਦਰ ਹੈ ਅਤੇ ਧਰਤੀ ਅਤੇ ਹੋਰ ਗ੍ਰਹਿ ਨੇ ਜਿਹੜੇ ਉਹ ਕੀ ਕਰਦੇ ਨੇ ਸੂਰਜ ਦੇ ਆਸੇ-ਪਾਸੇ ਚੱਕਰ ਲਗਾ ਰਹੇ ਹੈ। ਠੀਕ ਹੈ, ਇਹ ਕਿਸ ਨੇ ਦੱਸਿਆ ਸੀ ਆਪਾਂ ਨੂੰ, ਕੋਪਰਨਿਕਸ ਅਤੇ ਗੈਲੀਲੀਓ ਨੇ ਦੱਸਿਆ ਸੀ ਵੀ ਭਾਈ ਕੀ ਹੈ ਧਰਤੀ ਦੇ ਆਸੇ-ਪਾਸੇ ਸੂਰਜ ਹੈ ਜਿਹੜਾ ਉਹ ਚੱਕਰ ਨਹੀਂ ਲਗਾਉਂਦਾ, ਸਗੋਂ ਦੀ ਕੀ ਹੈ ਧਰਤੀ ਸੂਰਜ ਦੇ ਆਸੇ-ਪਾਸੇ ਚੱਕਰ ਲਗਾਉਂਦੀ ਹੈ, ਜਿਸ ਦੇ ਕਰਕੇ ਕੀ ਹੈ ਸਾਲ ਚੇਂਜ ਹੁੰਦੇ ਨੇ, ਰੁੱਤਾਂ ਚੇਂਜ ਹੁੰਦੀਆਂ ਨੇ। ਠੀਕ ਹੈ, ਅਤੇ ਜਦੋਂ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ, ਆਪਣੇ ਧੁਰੇ ਦੁਆਲੇ ਚੱਕਰ ਲਗਾਉਂਦੀ ਹੈ, ਤਾਂ ਉਸ ਦੇ ਨਾਲ ਕੀ ਹੁੰਦਾ ਗਾ ਦਿਨ ਅਤੇ ਰਾਤ ਬਣਦੇ ਨੇ। ਇਹ ਯਾਦ ਰੱਖਣਾ। ਅੱਗੇ ਦੇਖੋ, ਅੱਜ ਇੱਕ ਟੌਪਿਕ ਆਪਾਂ ਹੋਰ ਕਰ ਲਾਂਗੇ ਇਸ ਦੇ ਨਾਲ ਉਪਗ੍ਰਹਿ ਸੈਟੇਲਾਈਟਸ। ਉਪਗ੍ਰਹਿ ਕੀ ਹੁੰਦਾ ਬੇਟਾ, ਦੇਖੋ ਇੱਥੇ ਤਸਵੀਰ ਦੇ ਵਿੱਚ ਦਿਖਾਇਆ ਗਿਆ ਆਪਣੀ ਪ੍ਰਿਥਵੀ ਦੀ ਫੋਟੋ ਦਿਖਾਈ ਗਈ ਹੈ ਅਤੇ ਆਹ ਕੀ ਹੈ ਚੰਦ ਹੈ ਇਹ, ਅਤੇ ਚੰਦ ਕੀ ਹੈ ਪ੍ਰਿਥਵੀ ਦਾ ਉਪਗ੍ਰਹਿ ਆ। ਠੀਕ ਹੈ, ਤਾਂ ਹੁਣ ਦੇਖੋ ਉਪਗ੍ਰਹਿ ਉਹਨਾਂ ਆਕਾਸ਼ੀ ਗੋਲਿਆਂ ਜਾਂ ਖਗੋਲੀ ਪਿੰਡਾਂ ਨੂੰ ਆਖਦੇ ਹਨ ਜਿਹੜੇ ਗ੍ਰਹਿਾਂ ਦੇ ਦੁਆਲੇ ਚੱਕਰ ਲਗਾਉਂਦੇ ਨੇ। ਠੀਕ ਹੈ, ਤਾਂ ਸੂਰਜ ਦੇ ਦੁਆਲੇ ਜਾਂ ਤਾਰੇ ਦੇ ਦੁਆਲੇ ਕੌਣ ਚੱਕਰ ਲਗਾਉਂਦਾ ਹੁੰਦਾ ਗਾ, ਗ੍ਰਹਿ ਚੱਕਰ ਲਗਾਉਂਦੇ ਨੇ। ਕਿਉਂ ਲਗਾਉਂਦੇ ਨੇ, ਕਿਉਂਕਿ ਉਸ ਦੇ ਵਿੱਚ ਕੀ ਹੁੰਦਾ ਗੁਰੂਤਾਕਰਸ਼ਣ ਬਲ ਹੁੰਦਾ ਤਾਰੇ ਦੇ ਵਿੱਚ, ਜਿਸ ਦੇ ਕਰਕੇ ਗੁਰੂਤਾਕਰਸ਼ਣ ਦੇ ਬਲ ਦੇ ਕਰਕੇ ਜਿਹੜਾ ਤਾਰਾ ਗਾ ਉਹ ਗ੍ਰਹਿਾਂ ਨੂੰ ਆਪਣੇ ਆਸੇ ਪਾਸੇ ਖਿੱਚ ਕੇ ਰੱਖਦਾ ਹੈ, ਜਿਸ ਦੇ ਕਰਕੇ ਉਹ ਕੀ ਕਰਦੇ ਨੇ ਚੱਕਰ ਲਗਾਉਂਦੇ ਨੇ। ਫਿਰ ਉਸ ਤੋਂ ਬਾਅਦ ਗ੍ਰਹਿ ਨੇ ਜਿਹੜੇ ਉਹਨਾਂ ਦਾ ਚੱਕਰ ਕੌਣ ਲਗਾਉਂਦਾ, ਉਪਗ੍ਰਹਿ ਲਗਾਉਂਦਾ। ਕਿਉਂ ਲਗਾਉਂਦਾ, ਕਿਉਂਕਿ ਗ੍ਰਹਿਾਂ ਦੇ ਵਿੱਚ ਵੀ ਕੀ ਹੁੰਦਾ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ। ਤਾਂ ਦੇਖੋ ਚੰਦ ਹੈ ਜਿਹੜਾ ਪ੍ਰਿਥਵੀ ਦਾ ਚੱਕਰ ਲਗਾਉਂਦਾ, ਕਿਸ ਵਜ੍ਹਾ ਦੇ ਕਰਕੇ ਲਗਾਉਂਦਾ, ਕਿਉਂਕਿ ਪ੍ਰਿਥਵੀ ਦੇ ਵਿੱਚ ਕੀ ਹੈ ਗ੍ਰੈਵਿਟੀ ਹੈ, ਗੁਰੂਤਾਕਰਸ਼ਣ ਬਲ ਹੈ, ਇਸ ਦੇ ਕਰਕੇ ਪ੍ਰਿਥਵੀ ਨੇ ਚੰਦ ਨੂੰ ਖਿੱਚ ਕੇ ਰੱਖਿਆ ਹੋਇਆ ਅਤੇ ਜਿਹਦੇ ਕਰਕੇ ਚੰਦ ਜਿਹੜਾ ਪ੍ਰਿਥਵੀ ਦਾ ਕੀ ਕਰਦਾ ਉਹ ਚੱਕਰ ਲਗਾਉਂਦਾ। ਤਾਂ ਪ੍ਰਿਥਵੀ ਦਾ ਜਿਹੜਾ ਉਪਗ੍ਰਹਿ ਉਹ ਕਿਹੜਾ ਬੇਟਾ, ਚੰਦ। ਉਪਗ੍ਰਹਿ ਉਹਨਾਂ ਆਕਾਸ਼ੀ ਗੋਲਿਆਂ ਜਾਂ ਖਗੋਲੀ ਪਿੰਡਾਂ ਨੂੰ ਆਖਦੇ ਹਨ ਜਿਹੜੇ ਗ੍ਰਹਿਾਂ ਦੇ ਦੁਆਲੇ ਘੁੰਮਦੇ ਹਨ।
ਜਿਵੇਂ ਕਿ ਚੰਨ ਜਿਹੜਾ ਉਹ ਕੀ ਹੈ ਪ੍ਰਿਥਵੀ ਦਾ ਇੱਕ ਉਪਗ੍ਰਹਿ ਹੈ। ਇਸੇ ਤਰ੍ਹਾਂ ਸੂਰਜ ਮੰਡਲ ਦੇ ਵਿੱਚ ਬਾਕੀ ਜਿਹੜੇ ਗ੍ਰਹਿ ਨੇ, ਠੀਕ ਹੈ ਨਾ, ਚੰਨ ਦੇ ਸਮੇਤ ਬਾਕੀ ਜਿਹੜੇ ਟੋਟਲ ਤੁਹਾਨੂੰ ਉਪਗ੍ਰਹਿ ਦੱਸਿਆ ਸੀ ਮੈਂ ਉੱਪਰ ਚਾਰਟ ਦੇ ਵਿੱਚ ਦਿਖਾਇਆ ਸੀ, ਟੋਟਲ ਕਿੰਨੇ ਨੇ 150 ਉਪਗ੍ਰਹਿ ਨੇ। ਠੀਕ ਹੈ, ਪਿੱਛੇ ਦੀ ਦਿੱਤੀ ਸੂਚੀ ਦੇ ਵਿੱਚ ਆਪਾਂ ਦੇਖਿਆ ਸੀ, ਉਸ ਦੇ ਵਿੱਚ ਆਪਾਂ ਦੇਖਿਆ ਸੀ ਬੁੱਧ ਅਤੇ ਸ਼ੁੱਕਰ ਦਾ ਕੋਈ ਉਪਗ੍ਰਹਿ ਨਹੀਂ ਹੈਗਾ। ਠੀਕ ਹੈ, ਇਹ ਉਪਗ੍ਰਹਿ ਆਪਣੇ ਆਪਣੇ ਗ੍ਰਹਿਾਂ ਦੇ ਦੁਆਲੇ ਘੁੰਮਦੇ ਹੋਏ ਸੂਰਜ ਦੀ ਪਰਿਕਰਮਾ ਵੀ ਨਾਲ ਨਾਲ ਹੀ ਕਰਦੇ ਨੇ। ਦੇਖੋ ਆਪਣੇ ਦੇਖੋ ਗ੍ਰਹਿਾਂ ਦੇ ਦੁਆਲੇ ਤਾਂ ਘੁੰਮਦੇ ਆ, ਜਦੋਂ ਪ੍ਰਿਥਵੀ ਸੂਰਜ ਦਾ ਚੱਕਰ ਲਗਾਉਂਦੀ ਹੈ ਤਾਂ ਚੰਨ ਵੀ ਨਾਲ ਹੀ ਚੱਕਰ ਲਗਾਉਂਦਾ। ਐਸੇ ਤਰ੍ਹਾਂ ਜਿਹੜੇ ਗ੍ਰਹਿਾਂ ਦੇ ਬਾਕੀ ਉਪਗ੍ਰਹਿ ਨੇ ਉਹ ਵੀ ਕੀ ਕਰਦੇ ਨੇ, ਨਾਲ ਚੱਕਰ ਲਗਾਉਂਦੇ ਨੇ। ਅੱਗੇ ਦੇਖੋ ਆਰੀਆਭੱਟ ਪਹਿਲਾ ਭਾਰਤੀ ਉਪਗ੍ਰਹਿ ਸੀ ਜੋ 1975 ਵਿੱਚ ਪੁਲਾੜ ਵਿੱਚ ਛੱਡਿਆ ਗਿਆ। ਕੀ ਤੁਸੀਂ ਹਾਲ ਹੀ ਵਿੱਚ ਛੱਡੇ ਗਏ ਭਾਰਤੀ ਉਪਗ੍ਰਹਿ ਦਾ ਨਾਂ ਦੱਸ ਸਕਦੇ ਹੋ? ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਵੀ ਜਿਹੜਾ ਚੰਦ ਹੈ ਉਹ ਪ੍ਰਿਥਵੀ ਦਾ ਕੀ ਹੈ ਬੇਟਾ, ਇੱਕ ਉਪਗ੍ਰਹਿ ਹੈ, ਪਰ ਇਹ ਕੀ ਇੱਕ ਨੈਚੁਰਲ ਸੈਟੇਲਾਈਟ ਹੈ। ਨੈਚੁਰਲ ਸੈਟੇਲਾਈਟ ਦਾ ਮਤਲਬ ਕੀ ਹੈ, ਕੁਦਰਤੀ ਤੌਰ 'ਤੇ ਉਪਗ੍ਰਹਿ ਹੈ, ਮਨੁੱਖ ਨੇ ਤਿਆਰ ਨਹੀਂ ਕੀਤਾ ਹੋਇਆ। ਠੀਕ ਹੈ, ਪਰ ਕੁਛ ਉਪਗ੍ਰਹਿ ਆਪਾਂ ਰਾਤ ਨੂੰ ਦੇਖਦੇ ਹਾਂ, ਇਸ ਤਰ੍ਹਾਂ ਲੱਗਦਾ ਹੁੰਦਾ ਵੀ ਤਾਰਾ ਜਾਈ ਜਾਂਦਾ ਹੈਗਾ। ਠੀਕ ਹੈ, ਅਸਲ ਦੇ ਵਿੱਚ ਕੀ ਹੁੰਦੇ ਨੇ, ਉਹ ਸੈਟੇਲਾਈਟ ਹੁੰਦੇ ਨੇਗੇ। ਠੀਕ ਹੈ ਜੀ, ਤਾਂ ਉਹ ਸੈਟੇਲਾਈਟ ਨੇ ਜਿਹੜੇ ਉਹ ਉਪਗ੍ਰਹਿ, ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਉਸ ਨੂੰ ਉਪਗ੍ਰਹਿ ਕਹਿੰਦੇ ਆ, ਜਿਹੜੇ ਕਿ ਬ੍ਰਹਿਮੰਡ ਦੇ ਵਿੱਚ ਪ੍ਰਿਥਵੀ ਦਾ ਚੱਕਰ ਲਗਾ ਰਹੇ ਹੈ। ਉਹ ਕਿਸ ਦੁਆਰਾ ਤਿਆਰ ਕੀਤੇ ਗਏ ਨੇ? ਉਹ ਹਿਊਮਨ ਮੇਡ ਨੇ, ਕਹਿਣ ਦਾ ਭਾਵ ਮਨੁੱਖ ਨੇ ਤਿਆਰ ਕੀਤੇ ਨੇ। ਠੀਕ ਹੈ ਨਾ, ਤਾਂ ਉਹ ਕੀ ਨੇ, ਹਿਊਮਨ ਮੇਡ ਸੈਟੇਲਾਈਟਸ ਨੇਗੇ ਜੋ ਕਿ ਪ੍ਰਿਥਵੀ ਦਾ ਚੱਕਰ ਲਗਾ ਰਹੇ ਅਤੇ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਆਰੀਆਭੱਟ ਨਾਮ ਦਾ ਜਿਹੜਾ ਸੈਟੇਲਾਈਟ ਸੀ ਉਹ ਪਹਿਲਾ ਉਪਗ੍ਰਹਿ ਸੀਗਾ ਜਿਹੜਾ ਭਾਰਤ ਦੇ ਦੁਆਰਾ 1975 ਦੇ ਵਿੱਚ ਛੱਡਿਆ ਗਿਆ ਸੀ। ਠੀਕ ਹੈ, ਤਾਂ ਬੇਟਾ ਅੱਜ ਦੇ ਵਾਸਤੇ ਇੰਨਾ ਕਾਫੀ ਹੈ। ਅੱਗੇ ਜਿਹੜਾ ਲੈਸਨ ਰਹਿ ਗਿਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤਾਂ ਸਾਰੇ ਬੱਚੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਉਹ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਵਿੱਚ। ਥੈਂਕ ਯੂ।